ਹੈਲੋ ਸਟੂਡੈਂਟਸ, ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਬੇਸਿਕ ਡਾਟਾ ਟਾਈਪਸ ਇਨ ਸੀ ਲੈਂਗੁਏਜ। ਲਾਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਜੋ ਜਿਹੜੀ ਡਾਟਾ ਟਾਈਪ ਹੈ ਤਿੰਨ ਕੈਟਾਗਰੀ ਦੇ ਵਿੱਚ ਡਿਵਾਈਡ ਹੁੰਦੀ ਹੈ। ਬੇਸਿਕ ਡਾਟਾ ਟਾਈਪ ਜਿਹਨੂੰ ਆਪਾਂ ਪ੍ਰਾਇਮਰੀ ਡਾਟਾ ਟਾਈਪ ਵੀ ਬੋਲਾਂਗੇ। ਦੂਸਰੀ ਹੈਗੀ ਆ ਯੂਜ਼ਰ ਡਿਫਾਈਨਡ ਡਾਟਾ ਟਾਈਪ, ਜਿਹੜੀ ਯੂਜ਼ਰ ਵੱਲੋਂ ਡਿਫਾਈਨ ਕੀਤੀ ਜਾਂਦੀ ਹੈ। ਤੀਜੀ ਹੈ ਡਰਾਈਵ ਡਾਟਾ ਟਾਈਪ, ਬੇਸਿਕ ਡਾਟਾ ਟਾਈਪ ਤੋਂ ਡਰਾਈਵ ਕਰਕੇ ਇੱਕ ਡਾਟਾ ਟਾਈਪ ਬਣਾਈ ਜਾਏਗੀ, ਜਿਹੜੀ ਹੈਗੀ ਆ ਉਹਨੂੰ ਆਪਾਂ ਡਰਾਈਵ ਡਾਟਾ ਟਾਈਪ ਬੋਲਾਂਗੇ। ਹੁਣ ਇਹ ਜਿਹੜੀਆਂ ਤਿੰਨ ਕੈਟਾਗਰੀ ਹੈਗੀਆਂ, ਇਹਦੇ ਵਿੱਚੋਂ ਆਪਾਂ ਪਹਿਲੀ ਕੈਟਾਗਰੀ ਕਰਦੇ ਹਾਂ ਪ੍ਰਾਇਮਰੀ ਡਾਟਾ ਟਾਈਪ ਜਾਂ ਬੇਸਿਕ ਡਾਟਾ ਟਾਈਪ। ਠੀਕ ਹੈ ਜੀ। ਪ੍ਰਾਇਮਰੀ ਡਾਟਾ ਟਾਈਪ ਦੇ ਵਿੱਚ ਉਹ ਪ੍ਰਾਇਮਰੀ ਆਪਣੇ ਕੋਲੇ ਡਾਟਾ ਟਾਈਪਸ ਹੋਣੀਆਂ ਵੀ ਜਿਨ੍ਹਾਂ ਦੇ ਰਾਹੀਂ ਜਿਹੜੀਆਂ ਆਪਣੇ ਕੋਲੇ ਸੀ ਦੇ ਕੰਪਾਈਲਰ ਦੇ ਵਿੱਚ ਆਲਰੇਡੀ ਸਟੋਰ ਹਨ। ਠੀਕ ਹੈ ਜੀ। ਇਹਨੂੰ ਆਪਾਂ ਇਨਬਿਲਟ ਡਾਟਾ ਟਾਈਪਸ ਵੀ ਬੋਲਦੇ ਹਾਂ। ਇਨਬਿਲਟ ਦਾ ਮਤਲਬ ਹੁੰਦਾ ਬੱਚੇ ਬਣੀਆਂ ਬਣਾਈਆਂ, ਇਨਬਿਲਟ ਦਾ ਮਤਲਬ ਹੈ ਬਣੀਆਂ ਬਣਾਈਆਂ। ਤਾਂ ਤਿੰਨ ਨਾਮ ਹੈਗੇ ਬੇਟਾ, ਬੇਸਿਕ ਡਾਟਾ ਟਾਈਪ, ਪ੍ਰਾਇਮਰੀ ਡਾਟਾ ਟਾਈਪ ਜਾਂ ਇਨਬਿਲਟ ਡਾਟਾ ਟਾਈਪਸ। ਤਾਂ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਣਾ ਹੈਗਾ ਕਿ ਡਾਟਾ ਟਾਈਪ ਐਕਚੁਅਲ ਦੇ ਵਿੱਚ ਹੁੰਦੀਆਂ ਕੀ ਨੇ। ਜਦੋਂ ਵੀ ਆਪਾਂ ਸੀ ਦਾ ਕੋਈ ਵੀ ਪ੍ਰੋਗਰਾਮ ਕਰਨਾ ਹੁੰਦਾ ਹੈ ਤਾਂ ਸੀ ਦੇ ਪ੍ਰੋਗਰਾਮ ਨੂੰ ਕਰਦੇ ਸਮੇਂ ਆਪਣੇ ਕੋਲੇ ਜਿੰਨੇ ਵੀ ਉਸ ਪਰਟੀਕੂਲਰ ਪ੍ਰੋਗਰਾਮ ਦੇ ਵਿੱਚ ਵੈਰੀਏਬਲ ਯੂਜ਼ ਕਰਨੇ ਹੈ, ਉਹਨਾਂ ਵੈਰੀਏਬਲ ਨੂੰ ਸੀ ਦੇ ਵਿੱਚ ਪਹਿਲੀਆਂ ਲਾਈਨਾਂ ਦੇ ਵਿੱਚ ਡਿਕਲੇਅਰ ਕਰਨਾ ਜ਼ਰੂਰੀ ਹੁੰਦਾ ਹੈ। ਇਟ ਇਜ਼ ਨੈਸੈਸਰੀ ਟੂ declare those variable which we will use in the whole program। ਜਿਹੜਾ ਪੂਰੇ ਪ੍ਰੋਗਰਾਮ ਦੇ ਵਿੱਚ ਵੈਰੀਏਬਲ ਆਪਾਂ ਯੂਜ਼ ਕਰਨਾ ਹੈ, ਉਸ ਵੈਰੀਏਬਲ ਨੂੰ ਸਭ ਨਾਲੋਂ ਪਹਿਲਾਂ ਡਿਕਲੇਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਵੈਰੀਏਬਲ ਡਿਕਲੇਅਰ ਨਹੀਂ ਕੀਤਾ ਦੈਨ ਤੁਸੀਂ ਉਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਯੂਜ਼ ਨਹੀਂ ਕਰ ਸਕਦੇ। ਤਾਂ ਇਹਦਾ ਬੈਸਟ ਐਗਜ਼ਾਮਪਲ ਹੈ ਬੇਟਾ, ਜਿਵੇਂ ਆਪਾਂ ਐਡੀਸ਼ਨ ਦਾ ਪ੍ਰੋਗਰਾਮ ਕਰ ਚੁੱਕੇ ਹਾਂ। ਐਡੀਸ਼ਨ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਤਿੰਨ ਵੈਰੀਏਬਲ ਦੀ ਜ਼ਰੂਰਤ ਹੈ। ਦੋ ਵੈਰੀਏਬਲ ਆਪਾਂ ਇਨਪੁਟ ਕਰਾਂਗੇ ਅਤੇ ਤੀਜੇ ਵੈਰੀਏਬਲ ਦੇ ਵਿੱਚ ਆਪਾਂ ਸਟੋਰ ਕਰਵਾਵਾਂਗੇ ਰਿਜ਼ਲਟ। ਤਾਂ ਇਹਦੇ 'ਚ ਕੀ ਹੋਏਗਾ, ਜਿਹੜੇ ਦੋ ਵੈਰੀਏਬਲ ਆਪਾਂ ਇਨਪੁਟ ਕਰਵਾਵਾਂਗੇ ਅਤੇ ਤੀਜੇ ਜਿਹਦੇ 'ਚ ਰਿਜ਼ਲਟ ਸਟੋਰ ਕਰਵਾਵਾਂਗੇ, ਉਹਨੂੰ ਸਭ ਨੂੰ ਪਹਿਲਾਂ ਆਪਾਂ ਪਹਿਲੀ ਲਾਈਨ ਦੇ ਵਿੱਚ ਡਿਕਲੇਅਰ ਕਰਦੇ ਹਾਂ। ਡਿਕਲੇਅਰ ਕਰਨ ਦਾ ਮਤਲਬ ਹੈ ਕਿ ਉਹਨਾਂ ਵੈਰੀਏਬਲ ਦੇ ਵਿੱਚ ਕਿਸ ਤਰ੍ਹਾਂ ਦੀ ਵੈਲਿਊ ਸਟੋਰ ਹੋਏਗੀ ਅਤੇ ਉਹ ਕੰਪਿਊਟਰ ਦੇ ਵਿੱਚ ਕਿੰਨੀ ਮੈਮਰੀ ਸਪੇਸ ਲੈਣਗੇ, ਇਹ ਆਪਾਂ ਨੂੰ ਉਹਨਾਂ ਦੀ ਡਾਟਾ ਟਾਈਪ ਦੱਸੇਗੀ। ਤਾਂ ਆਪਾਂ ਪਹਿਲੀ ਲਾਈਨ ਦੇ ਵਿੱਚ ਇਹੀ ਲਿਖਦੇ ਹਾਂ ਨਾ ਕਿ ਇੰਟ A, B, C। ਇਹ ਪ੍ਰੋਗਰਾਮ ਆਪਾਂ ਆਲਰੇਡੀ ਕਰ ਚੁੱਕੇ ਹਾਂ, ਤਾਂ ਤੁਹਾਨੂੰ ਕਲੀਅਰ ਵੀ ਹੋਏਗਾ ਕਿ ਤਿੰਨ ਵੈਰੀਏਬਲ ਕ੍ਰੀਏਟ ਕੀਤੇ ਸੀ। ਤਿੰਨਾਂ ਵੈਰੀਏਬਲ ਦੇ ਅੱਗੇ ਉਹਨਾਂ ਦੀ ਡਾਟਾ ਟਾਈਪ ਲਾਈ ਸੀ ਆਪਾਂ INT। INT ਸਟੈਂਡਸ ਫॉर ਇੰਟੀਜ਼ਰ। ਇੰਟੀਜ਼ਰ ਦਾ ਮਤਲਬ ਹੋਲ ਨੰਬਰਸ। ਤਾਂ ਡਾਟਾ ਟਾਈਪ ਕੀ ਹੁੰਦੇ ਹੈ, ਡਾਟਾ ਟਾਈਪ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਇਹ ਦੱਸਦੇ ਹੈ ਕਿ ਜਿਹੜਾ ਡਾਟਾ ਤੁਸੀਂ ਪ੍ਰੋਗਰਾਮ ਦੇ ਵਿੱਚ ਐਂਟਰ ਕਰੋਗੇ, ਉਸ ਡਾਟਾ ਦੀ ਟਾਈਪ ਕੀ ਹੋਏਗੀ। ਸੀ ਲੈਂਗੁਏਜ ਦੇ ਵਿੱਚ ਪਹਿਲਾਂ ਤੋਂ ਡਿਫਾਈਨ ਕੀਤੇ ਗਏ ਜਿਹੜੇ ਡਾਟਾ ਟਾਈਪਸ ਹੁੰਦੇ ਹੈ, ਉਹਨਾਂ ਨੂੰ ਬੇਸਿਕ ਡਾਟਾ ਟਾਈਪ ਬੋਲਦੇ ਹੈ। ਹਰ ਡਾਟਾ ਟਾਈਪ ਦੀ ਡਿਫਰੈਂਟ ਸਟੋਰੇਜ ਕਪੈਸਿਟੀ ਹੁੰਦੀ ਹੈ। ਸਟੋਰੇਜ ਕਪੈਸਿਟੀ ਕੀ ਹੁੰਦੀ ਹੈ ਆਪਾਂ ਇਸੇ ਜਿਹੜਾ ਲੈਕਚਰ ਦੇ ਵਿੱਚ ਅੱਗੇ ਡਿਸਕਸ ਕਰਾਂਗੇ। ਤਾਂ ਡਾਟਾ ਟਾਈਪ ਜੋ ਵੀ ਤੁਸੀਂ ਡਾਟਾ ਐਂਟਰ ਕਰਨਾ ਪ੍ਰੋਗਰਾਮ ਦੇ ਵਿੱਚ, ਉਹ ਕਿਸ ਤਰ੍ਹਾਂ ਦਾ ਹੈ ਅਤੇ ਉਹਦੀ ਸਟੋਰੇਜ ਕਪੈਸਿਟੀ ਕੀ ਹੈ, ਉਹ ਡਿਫਾਈਨ ਕਰਦੇ ਆ। ਤਾਂ ਸੀ ਦੇ ਵਿੱਚ ਜਿਹੜਾ ਡਾਟਾ ਟਾਈਪ ਦਾ ਕੰਸੈਪਟ ਹੈ, ਉਹ ਵੈਰੀਏਬਲ ਜਿੰਨਾ ਵੀ ਯੂਜ਼ ਕਰਨਾ ਉਹਨੂੰ ਪਹਿਲਾਂ ਸੀ ਦੇ ਵਿੱਚ ਤੁਹਾਨੂੰ ਡਿਕਲੇਅਰ ਕਰਨਾ ਜ਼ਰੂਰੀ ਹੋਏਗਾ। ਉਹਦੀ ਡੈਫੀਨੇਸ਼ਨ ਤੁਹਾਨੂੰ ਦੇਣੀ ਪਏਗੀ ਕਿ ਵੈਰੀਏਬਲ ਦੇ ਵਿੱਚ ਕਿਸ ਤਰ੍ਹਾਂ ਦੀ ਵੈਲਿਊ ਤੁਸੀਂ ਸਟੋਰ ਕਰ ਰਹੇ ਹੋ ਅਤੇ ਕੰਪਿਊਟਰ ਦੇ ਵਿੱਚ ਕਿਸ ਲੋਕੇਸ਼ਨ ਦੇ ਉੱਤੇ ਕਿੰਨੀ ਮੈਮਰੀ ਲੋਕੇਸ਼ਨ ਇਹ ਆਕੂਪਾਈ ਕਰੇਗਾ, ਇਹ ਲਏਗਾ। ਕਹਿੰਦੇ ਜਿਹੜੇ ਵੈਰੀਏਬਲ ਹੁੰਦੇ ਆ, ਵੈਰੀਏਬਲ ਦਾ ਨਾਮ ਹੀ ਹੁੰਦਾ ਹੈ ਵੈਰੀਏਬਲ, ਜਿਹੜੇ ਚੇਂਜ ਹੋ ਸਕਦੇ ਹੋਣ। ਜਿਨ੍ਹਾਂ ਨੂੰ ਤੁਸੀਂ ਹੁਣ A ਨੂੰ ਮੈਂ 10 ਵੈਲਿਊ ਦਿੱਤੀ, A ਨੂੰ ਤੁਸੀਂ 20 ਦੇ ਦਿਓ, ਫਿਰ 30 ਦੇ ਦਿਓ, ਫਿਰ 40 ਦੇ ਦਿਓ, ਤਾਂ A ਦੀ ਵੈਲਿਊ ਹਰ ਵਾਰ ਚੇਂਜ ਹੋ ਸਕਦੀ ਹੈ। ਜਿੰਨੇ ਵਾਰ ਤੁਸੀਂ ਪ੍ਰੋਗਰਾਮ ਰਨ ਕਰੋਗੇ ਉਨੇ ਵਾਰ ਤੁਸੀਂ A ਨੂੰ ਨਵੀਂ ਵੈਲਿਊ ਦੇ ਸਕਦੇ ਹੋ। ਤਾਂ ਜਿਨ੍ਹਾਂ ਦੀ ਵੈਲਿਊ ਚੇਂਜ ਹੋ ਸਕਦੀ ਹੈ ਡਿਊਰਿੰਗ ਦਾ ਐਗਜ਼ੀਕਿਊਸ਼ਨ ਆਫ ਪ੍ਰੋਗਰਾਮ, ਉਹਨਾਂ ਨੂੰ ਆਪਾਂ ਵੈਰੀਏਬਲ ਬੋਲਦੇ ਹਾਂ।
ਤਾਂ ਵੈਰੀਏਬਲ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਵੈਰੀਏਬਲ ਦੇ ਵਿੱਚ ਕਿਸ ਤਰ੍ਹਾਂ ਦਾ ਵੈਲਿਊ ਆਪਾਂ ਸਟੋਰ ਕਰਾਂਗੇ ਤੇ ਕਿਸ ਤਰ੍ਹਾਂ ਦੀ ਉਹ ਸਟੋਰੇਜ ਕਪੈਸਿਟੀ ਉਹਦੀ ਕੀ ਹੋਏਗੀ, ਕਿੰਨੀ ਮੈਮਰੀ ਲੋਕੇਸ਼ਨ ਉਹ ਸਟੋਰ ਕਰਨ ਵਾਸਤੇ ਲਏਗਾ। ਤਾਂ ਇਹ ਸਭ ਵਾਸਤੇ ਆਪਾਂ ਨੂੰ ਕੀ ਡਿਕਲੇਅਰ ਕਰਨਾ ਪਏਗਾ, ਆਪਾਂ ਨੂੰ ਦੱਸਣਾ ਪਏਗਾ ਕਿ ਵੈਰੀਏਬਲ ਕਿਸ ਟਾਈਪ ਦਾ ਹੈ। ਉਸੇ ਟਾਈਪ ਨੂੰ ਆਪਾਂ ਬੋਲਦੇ ਹਾਂ ਡਾਟਾ ਟਾਈਪ। ਬੇਸਿਕਲੀ ਜਿਹੜੀਆਂ ਬਿਲਟ ਇਨ ਡਾਟਾ ਟਾਈਪਸ ਆ ਉਹ ਚਾਰ ਨੇ, ਇੰਟੀਜ਼ਰ, ਕਰੈਕਟਰ, ਫਲੋਟ ਤੇ ਡਬਲ। ਫਲੋਟ ਤੇ ਡਬਲ ਦੋਨੇ ਇੱਕੋ ਕੈਟਾਗਰੀ 'ਚ ਆਉਂਦੇ ਆ। ਹੁਣ ਇਹਦੇ ਵਿੱਚ ਕੀ ਹੈਗਾ ਕਿ ਜਦੋਂ ਡਾਟਾ ਟਾਈਪ ਆਪਾਂ ਕਿਸੇ ਵੀ ਵੈਰੀਏਬਲ ਦੀ ਦੱਸਦੇ ਹਾਂ, ਮੰਨ ਲਓ ਕਿ ਇੱਕ ਐਕਸ ਵੈਰੀਏਬਲ ਹੈ, ਐਕਸ ਨੂੰ ਆਪਾਂ ਇੰਟੀਜ਼ਰ ਡਿਕਲੇਅਰ ਕੀਤਾ ਹੈ, ਇਹਦਾ ਮਤਲਬ ਕਿ ਐਕਸ ਦੇ ਵਿੱਚ ਸਿਰਫ ਇੰਟੀਜ਼ਰ ਵੈਲਿਊ ਤੁਸੀਂ ਸਟੋਰ ਕਰ ਸਕਦੇ ਹੋ। ਹਰ ਟਾਈਮ ਜਦੋਂ ਇਸ ਵੈਰੀਏਬਲ ਨੂੰ ਤੁਸੀਂ ਯੂਜ਼ ਕਰਨਾ ਹੈ, ਇਹਦੇ ਵਿੱਚ ਸਿਰਫ ਤੇ ਸਿਰਫ ਇੰਟੀਜ਼ਰ ਵੈਲਿਊ ਪਾਉਣੀ ਆ, ਕੋਈ ਹੋਰ ਵੈਲਿਊ ਤੁਸੀਂ ਇਹਦੇ ਵਿੱਚ ਸਟੋਰ ਨਹੀਂ ਕਰ ਸਕਦੇ। ਤਾਂ ਇਹਦਾ ਮਤਲਬ ਕਿ ਵਟ ਟਾਈਪ ਆਫ ਡਾਟਾ ਯੂ ਕੈਨ ਸਟੋਰ ਇਨ ਅ ਪਰਟੀਕੂਲਰ ਵੈਰੀਏਬਲ, ਉਹ ਦੱਸੇਗੀ ਤੁਹਾਡੀ ਵੈਰੀਏਬਲ ਦੀ ਡਾਟਾ ਟਾਈਪ। ਹੁਣ ਇਹਦੇ ਵਿੱਚੋਂ ਆਪਾਂ ਪਹਿਲੀ ਜਿਹੜੀ ਡਾਟਾ ਟਾਈਪ ਹੈ ਇਹ ਕਰੈਕਟਰ ਡਾਟਾ ਟਾਈਪ ਹੈ। ਕਰੈਕਟਰ ਸਭ ਨਾਲੋਂ ਬੇਸਿਕ ਡਾਟਾ ਟਾਈਪ ਹੈ। ਇਹਦੇ ਵਿੱਚ ਆਪਾਂ ਇੱਕ ਸਿੰਗਲ ਕਰੈਕਟਰ ਸਟੋਰ ਕਰ ਸਕਦੇ ਹਾਂ ਤੇ ਇਹ ਹਮੇਸ਼ਾ ਸਿੰਗਲ ਬਾਈਟ, ਦੇਖੋ 0 ਤੇ 1 ਕੀ ਹੁੰਦੀਆਂ, ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਬਿੱਟ ਹੁੰਦੀਆਂ ਨੇ। 8 ਬਿੱਟ ਨੂੰ ਮਿਲਾ ਕੇ ਇੱਕ ਬਾਈਟ ਬਣਦੀ ਹੈ। ਤੇ ਜਿਹੜਾ ਕਰੈਕਟਰ ਵੈਰੀਏਬਲ ਹੈ ਨਾ, ਕਰੈਕਟਰ ਵੈਰੀਏਬਲ 1 ਬਾਈਟ ਕੰਪਿਊਟਰ ਦੀ ਮੈਮਰੀ ਦੇ ਵਿੱਚ ਲਏਗਾ। ਲਾਈਕ ਆਪਾਂ ਵੈਰੀਏਬਲ ਡਿਕਲੇਅਰ ਕਰਦੇ ਹਾਂ ਜਦੋਂ, ਤਾਂ ਉਹਦੇ ਅੱਗੇ CHAR ਕੀਵਰਡ ਲਾਉਣੇ ਆ। ਕੈਰ ਵੈਰੀਏਬਲ ਦਾ ਨਾਮ, ਵੈਰੀਏਬਲ ਦਾ ਨਾਮ ਤੁਸੀਂ ਰੱਖੋ ABCD, ਜੋ ਤੁਹਾਡੀ ਮਰਜ਼ੀ। ਇੱਥੇ ਮੈਂ ਵੈਰੀਏਬਲ ਦਾ ਨਾਮ ਰੱਖਤਾ ਲੈਟਰ, ਤੇ ਲੈਟਰ ਦੇ ਵਿੱਚ ਮੈਂ ਕਰੈਕਟਰ ਸਟੋਰ ਕਰਾਉਣਾ ਤੇ ਸਿੰਗਲ ਕਰੈਕਟਰ ਸਟੋਰ ਕਰਾਉਣਾ ਹੈ। ਸਿੰਗਲ ਕਰੈਕਟਰ ਹਮੇਸ਼ਾ ਸਿੰਗਲ ਕੋਟ ਦੇ ਵਿੱਚ ਆਏਗਾ। ਇਸ ਤਰ੍ਹਾਂ ਨਾਲ ਡਿਕਲੇਅਰ ਕਰ ਸਕਦੇ ਹਾਂ ਆਪਾਂ ਵੈਰੀਏਬਲ ਨੂੰ, ਤੇ ਇਸ ਤਰ੍ਹਾਂ ਦੇ ਨਾਲ ਲੈਟਰ ਇਜ਼ ਇਕੁਅਲ ਟੂ ਸਿੰਗਲ ਕੋਟ ਦੇ ਵਿੱਚ X ਸਟੋਰ ਕਰਵਾ ਕੇ ਇਸ ਤਰ੍ਹਾਂ ਦੇ ਨਾਲ ਉਸ ਲੈਟਰ ਨਾਮ ਦੇ ਵੈਰੀਏਬਲ ਦੇ ਵਿੱਚ ਆਪਾਂ ਵੈਲਿਊ ਸਟੋਰ ਕਰਵਾ ਸਕਦੇ ਹਾਂ। ਦੂਜਾ ਜਿਹੜਾ ਹੈ ਡਾਟਾ ਟਾਈਪ ਉਹ ਹੈਗਾ ਇੰਟੀਜ਼ਰ। ਇਹਦੇ ਵਿੱਚ ਤੁਸੀਂ ਹੋਲ ਨੰਬਰ ਸਟੋਰ ਕਰ ਸਕਦੇ ਹੋ। ਇਸ ਪਰਟੀਕੂਲਰ ਸਟੇਟਮੈਂਟ ਦੇ ਵਿੱਚ ਮੈਂ ਪਹਿਲਾਂ ਵੈਰੀਏਬਲ ਡਿਕਲੇਅਰ ਕੀਤਾ INT ਤੇ ਵੈਰੀਏਬਲ ਦਾ ਨਾਮ ਰੱਖਤਾ COUNT ਕਾਊਂਟ, ਤੇ ਕਾਊਂਟ ਦੇ ਵਿੱਚ ਦੂਜੀ ਸਟੇਟਮੈਂਟ ਸੈਮੀਕੋਲਨ ਲਾਤਾ, ਸਟੇਟਮੈਂਟ ਬਣਤਾ। ਦੂਜੀ ਸਟੇਟਮੈਂਟ ਦੇ ਵਿੱਚ ਮੈਂ ਕਾਊਂਟ ਦੇ ਵਿੱਚ ਜਿਹੜੀ ਵੈਲਿਊ ਪਾਤੀ ਉਹ ਪਾਤੀ ਹੈ 5। ਇਹਦਾ ਮਤਲਬ ਕੀ ਹੈ, ਪਹਿਲਾਂ ਮੈਂ ਵੈਰੀਏਬਲ ਨੂੰ ਡਿਕਲੇਅਰ ਕੀਤਾ ਤੇ ਦੂਜੀ ਲਾਈਨ ਦੇ ਵਿੱਚ ਮੈਂ ਵੈਰੀਏਬਲ ਨੂੰ ਇਨੀਸ਼ੀਅਲਾਈਜ਼ ਕਰਵਾਤਾ। ਡਿਕਲੇਅਰ ਕਰਨ ਦਾ ਮਤਲਬ ਹੈ ਕਿ ਵੈਰੀਏਬਲ ਨੂੰ ਸਿਰਫ ਤੁਸੀਂ ਉਹਦੀ ਟਾਈਪ ਦੱਸੀ ਹੈ, ਤੇ ਇਨੀਸ਼ੀਅਲਾਈਜ਼ ਕਰਨ ਦਾ ਮਤਲਬ ਕੀ ਹੈ ਕਿ ਵੈਰੀਏਬਲ ਦੇ ਵਿੱਚ ਤੁਸੀਂ ਕਿਹੜੀ ਵੈਲਿਊ ਸਟੋਰ ਕਰਾਉਣੀ ਹੈ ਉਹ ਦੱਸ ਦਿੱਤੀ ਹੈ। ਨੈਕਸਟ ਜਿਹੜਾ ਵੈਰੀਏਬਲ ਆਉਂਦਾ ਹੈ, ਡਾਟਾ ਟਾਈਪ ਆਉਂਦਾ ਹੈ, ਉਹ ਹੈਗਾ ਫਲੋਟ ਡਾਟਾ ਟਾਈਪ। ਫਲੋਟ ਡਾਟਾ ਟਾਈਪ ਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਤੁਸੀਂ ਜਿਹੜੇ ਵੈਰੀਏਬਲਸ, ਜਿਹੜੀਆਂ ਵੈਲਿਊਜ਼ ਪੁਆਇੰਟਾਂ ਵਾਲੀਆਂ ਹੁੰਦੀਆਂ, ਡੈਸੀਮਲ ਨੰਬਰਸ ਹੁੰਦੇ ਹੈ, ਉਹਨਾਂ ਨੂੰ ਸਿੰਗਲ ਪ੍ਰੀਸੈਂਸੇਸ਼ਨ ਜਿਹੜਾ ਜਿਨ੍ਹਾਂ ਦਾ ਹੁੰਦਾ ਹੈ ਉਹਦੇ ਵਿੱਚ ਤੁਸੀਂ ਫਲੋਟ ਡਿਕਲੇਅਰ ਕਰ ਸਕਦੇ ਹੋ। ਯਾਨੀ ਜਿੰਨੀਆਂ ਵੀ ਪੁਆਇੰਟਸ ਵਾਲੀਆਂ ਫ੍ਰੈਕਸ਼ਨ ਵੈਲਿਊਜ਼ ਹੁੰਦੀਆਂ ਹੈ, ਡੈਸੀਮਲ ਨੰਬਰ ਵੈਲਿਊਜ਼ ਹੁੰਦੀਆਂ, ਉਹਨਾਂ ਨੂੰ ਡਿਕਲੇਅਰ ਕਰਨ ਵਾਸਤੇ ਤੁਹਾਨੂੰ ਕਿਹੜੇ ਡਾਟਾ ਟਾਈਪ ਦੀ ਜ਼ਰੂਰਤ ਪਏਗੀ, ਫਲੋਟ ਦੀ। ਤਾਂ FLOAT ਫਲੋਟ ਕੀਵਰਡ ਆਪਾਂ ਯੂਜ਼ ਕਰਾਂਗੇ, ਤੇ ਅੱਗੇ ਵੈਰੀਏਬਲ ਦਾ ਨਾਮ ਲਿਖਿਆ ਮੈਂ ਮਾਈਲਸ, ਤੇ ਮਾਈਲਸ ਦੇ ਵਿੱਚ ਅਗਲੀ ਸਟੇਟਮੈਂਟ ਦੇ ਵਿੱਚ ਮੈਂ ਵੈਲਿਊ ਸਟੋਰ ਕਰਵਾਤੀ 5.6। ਨੈਕਸਟ ਜਿਹੜੀ ਡਾਟਾ ਟਾਈਪ ਹੈ ਇਹ ਹੈਗੀ ਹੈ ਡਬਲ। ਇਹ ਵੀ ਤੁਹਾਡੇ ਡੈਸੀਮਲ ਨੰਬਰ ਨੂੰ ਯੂਜ਼ ਕਰਵਾਉਣ ਨੰਬਰ ਨੂੰ ਸਟੋਰ ਕਰਵਾਉਣ ਵਾਸਤੇ ਯੂਜ਼ ਹੁੰਦੀ ਹੈ, ਬਟ ਇਹਦੇ ਵਿੱਚ ਜਿਹੜਾ ਪ੍ਰੀਸੀਜਨ ਹੈ ਉਹ ਡਬਲ ਹੁੰਦਾ ਹੈ, ਯਾਨੀ ਦੁੱਗਣਾ। ਫਲੋਟਿੰਗ ਪੁਆਇੰਟ ਤੋਂ ਬਾਅਦ ਦੁੱਗਣੀਆਂ ਵੈਲਿਊਜ਼ ਤੁਸੀਂ ਸਟੋਰ ਕਰਵਾ ਸਕਦੇ ਹੋ। ਯਾਨੀ ਅਗਰ ਪੁਆਇੰਟ ਤੋਂ ਬਾਅਦ ਬਹੁਤ ਜ਼ਿਆਦਾ ਹਿਊਜ ਨੰਬਰ 0 0 0 0 1 2 3 4 5 6 ਇਸ ਤਰੀਕੇ ਨਾਲ ਪੁਆਇੰਟ ਤੋਂ ਬਾਅਦ ਬਹੁਤ ਜ਼ਿਆਦਾ ਨੰਬਰਸ ਆ ਰਹੇ ਨੇ, ਦੈਨ ਤੁਸੀਂ ਉਹਨੂੰ ਡਬਲ ਡਿਕਲੇਅਰ ਕਰ ਸਕਦੇ ਹੋ। ਵੈਸੇ ਮੋਸਟਲੀ ਆਪਾਂ ਜਦੋਂ ਵੀ ਮੈਥਮੈਟੀਕਲ ਪ੍ਰੋਬਲਮ ਸੋਲਵ ਕਰਨੀ ਹੁੰਦੀ ਹੈ ਤਾਂ ਆਪਾਂ ਪੁਆਇੰਟ ਤੋਂ ਬਾਅਦ 1 ਜਾਂ 2 ਕਰੈਕਟਰ ਯੂਜ਼ ਕਰਦੇ ਹਾਂ, ਤਾਂ ਉਹਦੇ ਲਈ ਆਪਣਾ ਜਿਹੜਾ ਫਲੋਟ ਡਾਟਾ ਟਾਈਪ ਹੈ ਉਹ ਬੈਸਟ ਹੁੰਦੀ ਹੈ। ਹੁਣ ਇਹ 4 ਡਾਟਾ ਟਾਈਪ ਹੈ। ਹੁਣ ਇਹਦੇ ਵਿੱਚੋਂ ਆਪਾਂ ਪਹਿਲੀ ਡਾਟਾ ਟਾਈਪ ਕਰਦੇ ਹਾਂ ਇੰਟੀਜ਼ਰ। ਇੰਟੀਜ਼ਰ ਡਾਟਾ ਟਾਈਪ ਦੇ ਵਿੱਚ ਜਿਹੜਾ ਵੈਲਿਊ ਸਟੋਰ ਕਰਵਾ ਸਕਦੇ ਹਾਂ, ਹੋਲ ਨੰਬਰ ਸਟੋਰ ਕਰਵਾ ਸਕਦੇ ਹਾਂ। ਤਾਂ ਇੰਟੀਜ਼ਰ ਡਾਟਾ ਟਾਈਪ ਜਿਹੜੀ ਅੱਗੇ ਡਿਵਾਈਡ ਹੋਈ ਹੈ, ਅੱਗੇ ਇਹਦੀ ਕੈਟੇਗਰੀ ਬਣਾਈ ਗਈਆਂ ਨੇ, ਇਹਦੀਆਂ 6 ਕੈਟਾਗਰੀਜ਼ ਨੇ। ਪਹਿਲੀ ਕੈਟੇਗਰੀ ਹੈ ਇੰਟੀਜ਼ਰ ਔਰ ਸਾਈਨਡ ਇੰਟੀਜ਼ਰ। ਸਾਈਨਡ ਦਾ ਮਤਲਬ ਜਿਸ 'ਚ ਪੋਜ਼ੀਟਿਵ ਤੇ ਨੈਗੇਟਿਵ ਦੋਨੇ ਨੰਬਰ ਆਉਂਦੇ ਹੈ। ਇਹ ਕੰਪਿਊਟਰ ਦੇ ਵਿੱਚ 2 ਬਾਈਟ ਲੈਂਦਾ ਹੈ,
तो यदा फॉर्मैट जिहड़ा मैं तुहानूं पहलां भी दस्सिया सी, फॉर्मैट स्पैसीफायर हर वैरीएबल का वखरा हुंदा है। फॉर्मैट स्पैसीफायर का मतलब जदों आपां वैल्यू नूं प्रिंट करवा रहे हैं या वैरीएबल नूं स्कैन करवा रहे हैं, प्रिंट एफ या स्कैन एफ स्टेटमेंट दे विच जदों इन्हां वैरीएबल नूं यूज़ करना हुंदा है तो इन्हां प्रिंट एफ ते स्कैन एफ स्टेटमेंट दे विच आपां नूं फॉर्मैट स्पैसीफायर लाउणा पैंदा है। तो जदों आपां वैरीएबल इंटीजर प्रिंट कराउणा है या स्कैन कराउणा है तो फॉर्मैट स्पैसीफायर होएगा अपना %d। उस तो बाद गल आ जाती है बेटा रेंज की, कि इस आपां कोई वैरीएबल इंटीजर ए डिकलेयर करवाता तो उस दे विच कितनी रेंज तक तुसी वैल्यू स्टोर करवा सकते हो। ਉਹਦੇ ਵਿੱਚ ਜਿਹੜੀ वैल्यू स्टोर करवा सकते हो वो है -32,768 तो लैके +32,767 तक। इत्थों ना एक नंबर छोटा तो ना एक नंबर बड़ा तुसी इस स्टोर करवा सकते हो। मान लो कि मैं एक वैरीएबल इंटीजर ए डिकलेयर कर लिया, a = 32,768 अगर मैं पाता वो उन्हें वैल्यू एक्सैप्ट नहीं करनी, क्योंकि वो रेंज कितों तक है 32,767 तक है। एक नंबर भी ज़्यादा ये तुसी स्टोर नहीं करवा सकते। दूजे इंटीजर आ जाते बेटा अनसाइंड इंटीजर। अनसाइंड इंटीजर का मतलब है कि जिहदे विच नैगेटिव नंबरस नहीं होंदे, सिर्फ पॉजिटिव नंबर होंदे है। तो यदा जिहड़ा साइज़ है 2 बाइट ही रहेगा, बट यदी फॉर्मैट स्पैसीफायर %UD होएगा। तो जदों यदी रेंज होएगी उपर वाले दोनों नंबर नूं जोड़ के यदी रेंज बन जाएगी 65,535। उपर वाले दोनों डिजिट तुसी जोड़ लो 32,768 तो 32,767, यदी जिहड़ी जोड़ बनता 65,535 ही बनता है। ये अनसाइंड इंटीजर वास्ते है। तो इनू जो डिकलेयर करना बेटा उपर वास्ते आप सिर्फ INT लिखते हैं, तो जे तुसी कोई वैरीएबल अनसाइंड डिकलेयर करना तो डिकलेयर करना पएगा अनसाइंड इंट A। ठीक है जी। नैक्सट है बेटा शॉर्ट। कई बार तुसी माइनस अपने जिहड़े नंबर है जिहड़ा नंबर है वो 100 तो वध नहीं होंदे। पेपर के नंबर मार्कशीट बनाने ना पता 100 तो वध नंबर नहीं होंदे, उत्थे तुसी वैरीएबल नूं शॉर्ट डिकलेयर कर सकते हो। फायदा की होएगा कि ये जिहड़ा मैमरी स्पेस है 1 बाइट का बच जाएगा। मैमरी स्पेस ये कितना लैंदा 1 बाइट लैंदा, यानी तुहाडे कोल स्पेस बच गया। रेंज यदि -128 तो लैके -127 तक है। तो फॉर्मैट स्पैसीफायर यदा हैगा %HD। नैक्सट है अनसाइंड शॉर्ट इंटीजर। अनसाइंड मैमरी स्पेस सेम लेगा, 1 बाइट लेगा, बट जिहड़ा दा फॉर्मैट स्पैसीफायर होएगा बच्चे वो होएगा %HU। तुहानूं हमेशा फॉर्मैट स्पैसीफायर याद रखने पैणगे। जिस तरह का भी तुसी वैरीएबल यूज़ कर रहे हो, जिस तरह का वैरीएबल डिकलेयर किया है, फॉर्मैट स्पैसीफायर इहदा उही होना चाहिए है। तो ये अनसाइंड है। अनसाइंड का मतलब है कि ये नैगेटिव वैल्यूज़ नहीं आ सकदियाँ। ये सिर्फ तो सिर्फ तुसी 0 तो लैके 255 तक पॉजिटिव वैल्यू ही स्टोर करवा सकते हो। नैक्सट है बेटा लॉन्ग इंट और साइंड लॉन्ग इंट। हुण जे तुहाडी वैल्यू 65,535 तो भी उत्ते है, मान लो कि तुसी इदों भी बड़ी वैल्यूज़ का कैलकुलेशनस करनियां ने अपने प्रोग्राम दे विच, दैन तुसी वैरीएबल नूं लॉन्ग इंट डिकलेयर कर दो। लॉन्ग इंट साइंड मैमरी 4 बाइट लेगा। फॉर्मैट स्पैसीफायर उहदा %LD है तो रेंज अगे दिती हुई है। अनसाइंड लॉन्ग इंटीजर जिहदे विच नैगेटिव वैल्यूज़ नहीं होणियां, जिहदे विच पॉजिटिव वैल्यू तो डबल हो जाणियां साइंड लॉन्ग इंटीजर तो। ये तुहाडा हैगा इंटीजर दीयां टाइप्स। मोस्टली आपां इंटीजर वैरीएबल ही डिकलेयर करते हैं। तो जे कदे अपनी रेंज वध जाती है, यानी 50,000 तक कोई वैल्यू स्टोर करो तो तुसीं आपां डिकलेयर कर लेने वैरीएबल नूं लॉन्ग इंट A। इस तरीके नाल तुसीं इंटीजर टाइप वैरीएबल डिकलेयर करते हो। दूसरी बेटा डाटा टाइप अपने को आ जाती है फ्लोटिंग पॉइंट टाइप। फ्लोटिंग पॉइंट के की होंदा है, फ्लोट डाटा टाइप के आप रियल नंबर स्टोर करते हैं। रियल नंबर किहड़े होंदे आ? वो नंबर जिन्हां दे विच पॉइंट होंदा है, डेसीमल नंबर होंदा है। ठीक है जी। तो फ्लोट जिहड़ा मैमरी दे विच इहदियां 3 टाइप ने। फ्लोट 4 बाइट लैंदा है। फॉर्मैट स्पैसीफायर उहदा %F है। रेंज उहदी है 3.4 e⁻38। e⁻ का मतलब है बच्चे कि जिहड़ी तुहाडी पॉइंट तो बाद 38 करैक्टर आ सकते हैं।
ਤੇ ਡਬਲ ਇਹ 8 ਬਾਈਟ ਲਏਗਾ। ਫਾਰਮੈਟ ਸਪੈਸੀਫਾਇਰ LF ਹੈ, ਇਹਦਾ % LF ਹੈ ਤੇ ਰੇਂਜ ਇਹਦੀ 1.73E -3.8 यानी 10⁻³ ਇੰਨੇ ਦਸ਼ਮਲਵ ਇਹਦੇ ਵਿੱਚ ਲੱਗ ਸਕਦੇ ਹੈ। ਲੌਂਗ ਡਬਲ ਹੈ, ਇਹ 10 ਬਾਈਟ ਲਏਗਾ। ਜੇ ਉਹ ਤੋਂ ਵੀ ਵੱਡੀ ਰੇਂਜ यानी 4932 ਇੰਨੀ (10) ਤੁਸੀਂ ਲੈਣਾ ਹੁੰਦਾ ਹੈ ਦੈਨ ਤੁਸੀਂ ਵੈਰੀਏਬਲ ਨੂੰ ਲੌਂਗ ਡਬਲ ਡਿਕਲੇਅਰ ਕਰਦੇ ਹੋ। ਹੁਣ ਆਪਣਾ ਫਲੋਟ ਨਾਲ ਸਰ ਜਾਂਦਾ ਬੱਚੇ, ਆਪਣਾ ਜੋ ਹੈ ਆਪਾਂ ਜ਼ਿਆਦਾ 38 ਕਰੈਕਟਰ ਪੁਆਇੰਟ ਤੋਂ ਬਾਅਦ ਬਹੁਤ ਹੁੰਦੇ ਹੈ, ਇਸ ਤੋਂ ਬਾਅਦ ਆਪਾਂ ਰੀਅਲ ਨੰਬਰ ਨਹੀਂ ਲੈਣੇ ਹੁੰਦੇ, ਮੋਸਟਲੀ ਯੂਜ਼ ਕਰਦੇ ਹਾਂ ਆਪਾਂ ਫਲੋਟ ਹੀ ਯੂਜ਼ ਕਰਦੇ ਹਾਂ। ਨੈਕਸਟ ਆ ਗਈ ਬੱਚੇ ਕਰੈਕਟਰ ਡਾਟਾ ਟਾਈਪ। ਜਦੋਂ ਤੁਸੀਂ ਇੱਕ ਸਿੰਗਲ ਕਰੈਕਟਰ ਵੈਲਿਊ ਸਟੋਰ ਕਰਾਉਣੀ ਹੈ ਦੈਨ ਵੈਰੀਏਬਲ ਨੂੰ ਤੁਸੀਂ ਕਰੈਕਟਰ ਡਿਕਲੇਅਰ ਕਰਦੇ ਹੋ। ਤਾਂ ਕਰੈਕਟਰ ਦੋ ਤਰ੍ਹਾਂ ਦੇ ਹੁੰਦੇ ਆ, ਸਾਈਨਡ ਤੇ ਅਨਸਾਈਨਡ। ਸੇਮ ਹੈ, 1 ਬਾਈਟ ਲੈਣਗੇ ਕੰਪਿਊਟਰ ਦੀ ਮੈਮਰੀ 'ਚ। ਫਾਰਮੈਟ ਸਪੈਸੀਫਾਇਰ ਦੋਨਾਂ ਦਾ %C ਹੋਏਗਾ। ਜਦੋਂ ਆਪਾਂ ਕਰੈਕਟਰ ਸਟੋਰ ਕਰਾਉਣੇ ਆ ਤਾਂ ਓਬਵੀਅਸ ਉਹਨਾਂ ਦੇ ਅੱਗੇ ਨੈਗੇਟਿਵ ਨੰਬਰ ਨਹੀਂ ਲਾਉਂਦੇ, ਤਾਂ ਜਿਹੜਾ ਆਪਾਂ ਮੋਸਟਲੀ ਯੂਜ਼ ਕਰਦੇ ਹਾਂ CHAR ਯੂਜ਼ ਕਰਦੇ ਹਾਂ। ਕੈਰ ਵੈਰੀਏਬਲ ਦਾ ਨਾਮ, ਅੱਗੇ ਇਕੁਅਲ ਟੂ ਦਾ ਸਾਈਨ, ਦੈਨ ਵੈਰੀਏਬਲ ਦੀ ਵੈਲਿਊ। ਇਹ ਆਪਣੇ ਸੀਗੀਆਂ ਬੱਚੇ ਬੇਸਿਕ ਡਾਟਾ ਟਾਈਪ। ਤੇ ਅਗਲਾ ਆਪਣੇ ਕੋਲੇ ਆ ਗਿਆ ਵੋਇਡ ਡਾਟਾ ਟਾਈਪ। ਬੇਸਿਕ ਡਾਟਾ ਟਾਈਪ ਦੇ ਵਿੱਚ ਆਪਾਂ ਕੋਈ ਨਾ ਕੋਈ ਵੈਲਿਊ ਸਟੋਰ ਕਰਾਉਣੀ ਹੁੰਦੀ ਹੈ, ਬਟ ਵੋਇਡ ਡਾਟਾ ਟਾਈਪ ਉੱਥੇ ਯੂਜ਼ ਹੁੰਦੀ ਹੈ ਜਿੱਥੇ ਕੋਈ ਵੀ ਵੈਲਿਊ ਨਹੀਂ ਹੁੰਦੀ, ਨੋ ਵੈਲਿਊਜ਼। ਨੋ ਵੈਲਿਊ ਦਾ ਮਤਲਬ ਕੀ ਹੁੰਦਾ ਹੈ, ਸੀ ਦੇ ਵਿੱਚ ਇੱਕ ਫੰਕਸ਼ਨ ਆਪਣੇ ਕੋਲੇ ਫੀਚਰ ਹੈ ਸੀ ਦਾ, ਕਿ ਸੀ ਦੇ ਵਿੱਚ ਫੰਕਸ਼ਨਸ ਹੁੰਦੇ ਨੇ, ਉਹ ਆਪਾਂ ਫਰਦਰ ਕਰਨੇ ਨੇ। ਫੰਕਸ਼ਨਸ ਕੋਈ ਨਾ ਕੋਈ ਵੈਲਿਊ ਰਿਟਰਨ ਕਰਦੇ ਹੁੰਦੇ ਆ, ਇਹ ਉਹਨਾਂ ਦੀ ਇੱਕ ਕੁਆਲਿਟੀ ਹੈਗੀ ਹੈ ਕਿ ਫੰਕਸ਼ਨ ਸ਼ੁੱਡ ਰਿਟਰਨ ਅ ਵੈਲਿਊ ਐਵਰੀ ਟਾਈਮ। ਤੇ ਜਦੋਂ ਆਪਾਂ ਫੰਕਸ਼ਨ ਤੋਂ ਕੋਈ ਵੈਲਿਊ ਰਿਟਰਨ ਨਹੀਂ ਕਰਾਉਣੀ ਹੁੰਦੀ ਦੈਨ ਆਪਾਂ ਉਹਦੇ ਅੱਗੇ ਕੀਵਰਡ ਲਾ ਦਿੰਦੇ ਆ ਵੋਇਡ। ਉੱਥੇ ਵੋਇਡ ਟਾਈਪ ਆਪਣੀ ਯੂਜ਼ ਹੁੰਦੀ ਹੈ, ਹੋਰ ਵੋਇਡ ਦਾ ਕੋਈ ਮੀਨਿੰਗ ਨਹੀਂ ਹੈ। ਵੋਇਡ ਸਿਰਫ ਕੋਈ ਵੈਲਿਊ ਰਿਟਰਨ ਨਹੀਂ ਕਰਾਉਣੀ ਦੈਨ ਆਪਾਂ ਅੱਗੇ ਕੀਵਰਡ ਲਾ ਦਿੰਦੇ ਹਾਂ ਵੋਇਡ, ਜਿਹਨੂੰ ਆਪਾਂ ਪਹਿਲਾਂ ਵੀ ਐਕਸਪਲੇਨ ਕਰ ਚੁੱਕੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਮੇਨ ਇੱਕ ਫੰਕਸ਼ਨ ਹੈ। ਮੇਨ ਦੇ ਅੱਗੇ ਵੋਇਡ ਕੀਵਰਡ ਕਿਉਂ ਲੱਗਿਆ ਹੈ, ਕਿਉਂਕਿ ਮੇਨ ਕੋਈ ਵੈਲਿਊ ਰਿਟਰਨ ਨਹੀਂ ਕਰ ਰਿਹਾ। ਅਗਰ ਆਪਾਂ ਉਹਦੇ ਅੱਗੇ ਕੀਵਰਡ ਵੋਇਡ ਨਹੀਂ ਲਾਉਂਦੇ ਦੈਨ ਆਪਾਂ ਨੂੰ ਰਿਟਰਨ ਸਟੇਟਮੈਂਟ 0 ਲਿਖਣੀ ਪੈਂਦੀ ਹੈ, ਜੋ ਮੈਂ ਆਲਰੇਡੀ ਤੁਹਾਨੂੰ ਪਿਛਲੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰ ਚੁੱਕੀ ਹਾਂ ਕਿ ਵੋਇਡ ਕੀਵਰਡ ਦਾ ਮਤਲਬ ਹੈ ਨੋ ਟਾਈਪ। ਨੋ ਟਾਈਪ ਦਾ ਮਤਲਬ ਕਿ ਇਹ ਫੰਕਸ਼ਨ ਕਿਸੇ ਵੀ ਤਰ੍ਹਾਂ ਦੀ ਵੈਲਿਊ ਰਿਟਰਨ ਨਹੀਂ ਕਰੇਗਾ। ਇਹ ਬੱਚੇ ਆਪਣੀਆਂ ਬੇਸਿਕ ਡਾਟਾ ਟਾਈਪ ਸੀਗੀਆਂ। ਇਹਦੇ ਵਿੱਚੋਂ ਜਿਹੜਾ ਪਹਿਲਾ ਪ੍ਰੋਗਰਾਮ ਹੈ, ਪਹਿਲਾ ਪ੍ਰੋਗਰਾਮ ਆਪਾਂ ਡਿਸਕਸ ਕਰ ਰਹੇ ਹਾਂ ਕਿ ਕੋਈ ਵੀ ਵੈਰੀਏਬਲ ਕੰਪਿਊਟਰ ਦੀ ਮੈਮਰੀ ਦੇ ਵਿੱਚ ਕਿੰਨੀ ਸਪੇਸ ਲੈਂਦਾ, ਉਹ ਆਪਾਂ ਕੈਲਕੂਲੇਟ ਕਰਵਾਉਣਾ। ਹੁਣ ਮੈਂ ਤੁਹਾਨੂੰ ਦੱਸਤਾ ਕਿ ਕਰੈਕਟਰ 1 ਬਾਈਟ ਲੈਂਦਾ ਹੈ, ਸ਼ਾਰਟ 1 ਬਾਈਟ ਲੈਂਦਾ ਹੈ, ਇੰਟੀਜ਼ਰ 2 ਬਾਈਟ ਲੈਂਦਾ ਹੈ, ਲੌਂਗ ਇੰਟੀਜ਼ਰ 4 ਬਾਈਟ ਲੈਂਦਾ ਹੈ, ਫਲੋਟ 4 ਬਾਈਟ ਲੈਂਦਾ ਹੈ, ਡਬਲ 8 ਬਾਈਟ ਲੈਂਦਾ ਹੈ, ਲੌਂਗ ਡਬਲ 10 ਲੈਂਦਾ ਹੈ, ਲੌਂਗ ਉਹ ਵੀ 10 ਲੈਂਦਾ ਹੈ। ਤਾਂ ਇਹ ਤੁਸੀਂ ਅਗਰ ਫਾਈਂਡ ਆਊਟ ਕਰਨਾ ਤਾਂ ਤੁਸੀਂ ਇਹ ਪ੍ਰੋਗਰਾਮ ਲਿਖ ਦਿਓ। ਇਹਦੇ ਵਿੱਚ ਕੁਝ ਨਹੀਂ ਕਰਨਾ, ਤੁਸੀਂ ਸਿਰਫ ਸਾਈਜ਼ ਆਫ ਬ੍ਰੈਕਟ 'ਚ ਲਿਖਣਾ ਕਰੈਕਟਰ ਕਿੰਨੇ ਬਾਈਟ ਲੈਂਦਾ, ਸਾਈਜ਼ ਆਫ ਸ਼ਾਰਟ ਕਿੰਨੇ ਕਰੈਕਟਰ ਲੈਂਦਾ, ਸਾਈਜ਼ ਆਫ ਇੰਟ ਕਿੰਨੇ ਕਰੈਕਟਰ ਲੈਂਦਾ, ਸਾਈਜ਼ ਆਫ ਲੌਂਗ ਕਿੰਨਾ ਲੈਂਦਾ, ਸਾਈਜ਼ ਆਫ ਫਲੋਟ ਕਿੰਨਾ ਲੈਂਦਾ। ਸਿਰਫ ਇਹ ਸਟੇਟਮੈਂਟਸ ਲਿਖ ਕੇ ਇਸ ਪ੍ਰੋਗਰਾਮ ਨੂੰ ਰਨ ਕਰ ਲਓ, ਤੁਹਾਨੂੰ ਪਤਾ ਚੱਲ ਜਾਏਗਾ। ਹਰ ਇੱਕ ਵੱਖਰੀ ਲਾਈਨ ਦੇ ਵਿੱਚ ਤੁਹਾਡੇ ਕੋਲੇ ਆ ਜਾਏਗਾ ਕਿ ਕਰੈਕਟਰ ਕਿੰਨੇ ਬਾਈਟ ਲੈਂਦਾ, ਸ਼ਾਰਟ ਕਿੰਨੇ ਬਾਈਟ। ਸਿੰਪਲ ਜਿਹਾ ਪ੍ਰੋਗਰਾਮ ਹੈ। ਸਿਰਫ ਪ੍ਰੋਗਰਾਮ ਕਾਹਦੇ ਬਾਰੇ ਹੈ, ਟੂ ਕੈਲਕੂਲੇਟ ਦਾ ਮੈਮਰੀ ਸਪੇਸ ਆਫ ਈਚ ਡਾਟਾ ਟਾਈਪ। ਜਿੰਨੀਆਂ ਵੀ ਡਾਟਾ ਟਾਈਪਸ ਆਪਾਂ ਕਰ ਚੁੱਕੇ ਹਾਂ ਉਹਨਾਂ ਡਾਟਾ ਟਾਈਪਸ ਨੇ ਕੰਪਿਊਟਰ ਦੀ ਮੈਮਰੀ 'ਚ ਕਿੰਨੀ ਸਪੇਸ ਲੈਣੀ ਹੈ ਉਹ ਆਇਡੈਂਟੀਫਾਈ ਕਰਨ ਵਾਸਤੇ। ਨੈਕਸਟ ਜਿਹੜਾ ਪ੍ਰੋਗਰਾਮ ਹੈ ਬੇਟਾ, ਆਪਾਂ 3 ਵੈਰੀਏਬਲ ਕ੍ਰੀਏਟ ਕੀਤੇ ਆ। ਇੰਟੀਜ਼ਰ ਟਾਈਪ A ਨੂੰ ਵੈਲਿਊ ਦੇਤੀ 10, ਕਰੈਕਟਰ ਦੇਤਾ। ਕਰੈਕਟਰ ਦੇ ਵਿੱਚ ਸਿੰਗਲ ਕਰੈਕਟਰ ਮੈਂ % ਸਟੋਰ ਕਰਵਾਇਆ। ਯਾਨੀ ਜਿਹੜਾ ਕਰੈਕਟਰ ਤੁਸੀਂ ਸਟੋਰ ਕਰਾਉਣਾ ਕੋਈ ਅਲਫਾਬੈਟ ਵੀ ਹੋ ਸਕਦਾ, ਕੋਈ ਡਿਜਿਟ ਵੀ ਹੋ ਸਕਦਾ, ਕੋਈ ਸਿੰਬਲ ਵੀ ਹੋ ਸਕਦਾ। ਤਾਂ ਅੱਜ ਮੈਂ ਕਰੈਕਟਰ ਦੇ ਵਿੱਚ ਸਟੋਰ ਕਰਵਾ ਰਹੀ ਹਾਂ ਸਿੰਬਲ। ਅੱਗੇ ਵੈਰੀਏਬਲ ਲੈਤਾ ਫਲੋਟ ਦੇ ਵਿੱਚ ਮੈਂ ਪੁਆਇੰਟਸ ਵਾਲੀ ਵੈਲਿਊ ਲੈ ਲਈ ਤੇ ਇਹਨਾਂ ਤਿੰਨਾਂ ਵੈਲਿਊਜ਼ ਨੂੰ ਪ੍ਰਿੰਟ ਕਰਾਤਾ। ਮੇਰੀ ਆਊਟਪੁੱਟ ਆ ਜਾਏਗੀ ਕਿ A ਦੀ ਵੈਲਿਊ ਕਿੰਨੀ ਸਟੋਰ ਕਰਵਾਈ ਸੀ ਮੈਂ 10, C ਦੀ ਵੈਲਿਊ ਕਿੰਨੀ ਹੈ % ਤੇ B ਦੀ ਵੈਲਿਊ ਕਿੰਨੀ ਹੈ 3.56। ਇਹ ਹੈ ਬੇਟਾ ਆਪਣਾ ਪ੍ਰੋਗਰਾਮ। ਤੇ ਤੁਸੀਂ ਇਹ ਦੋਨੋਂ ਪ੍ਰੋਗਰਾਮ ਆਪਣੇ ਸੀ ਦੇ ਕੰਪਾਈਲਰ ਦੇ ਵਿੱਚ ਤੁਸੀਂ ਰਨ ਕਰਕੇ ਦੇਖ ਲਿਓ। ਸੌਫਟਵੇਅਰ ਦੇ ਵਿੱਚ ਅਗਰ ਕੋਈ ਦਿੱਕਤ ਆਉਂਦੀ ਹੈ ਮੇਰੇ ਤੋਂ ਪੁੱਛ ਲਿਓ। ਇਹਦੀ PDF ਮੈਂ ਤੁਹਾਡੇ ਨਾਲ ਗੂਗਲ ਕਲਾਸਰੂਮ ਦੇ ਵਿੱਚ ਸ਼ੇਅਰ ਕਰ ਲੈਂਦੀ ਹਾਂ। ਤੇ ਅਗਰ ਕੋਈ ਪ੍ਰੋਬਲਮ ਹੈ ਬੇਟਾ ਤੁਸੀਂ ਮੈਨੂੰ WhatsApp ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ।